वालिए कुल आलम हक़ीक़ मुक़द्दस ला इंतहा माहे नबी छाए कुर्बा कादरे मतलब जुगो जुग अतल चवर छतर तह दे मालक दसा ही पातशाहियां दी जागदी जोत गद्दी ते विराजमान धन धन साहिब श्री गुरु ग्रंथ साहिब महाराज जी की पावन पवित्र हजूरी विच सिख कौम की मायनाज हस्ती सिख कौम के हीरे स्वर्गवासी ढाडी किशन सिंह जी महंतपुरी जिन्होंने पंजाब की कोयल कहा गया है, जो कि 1923 इस मात लोक में आए और कुछ समय पहला सन 2004 में साडे तो सदा लई विछड़ गए। उन्होंने याद में महान ढाडी दरबार विशाल गुरमुख समागम जो कि सतगुरु सच्चे पातशाह ने कृपा की है, यह धरती जिथे अज संगत चल के आई है, जिथे सिख कौम दी मायनाज हस्तियां सिख कौम के महान हीरे मेरे ढाडी श्रेणी विचों उगे ढाडी सिख कौम के महान विद्वान कथावाचक जिन्होंने अपनी जिंदगी के सिख कौम की पूरी सेवा की है, अज इंग्लैंड के रागी जत्थियां ते ढाडी जत्थियां के सहयोग के नाल अज इस ढाडी दरबार में जिवें कोई आर्मी का ऑफिसर रिटायर होंदा ते उन्होंने एक्स सर्विसमैन कह दिंदे ने। ढाडी श्रेणी के भी जिहड़े ढाडी सेवा कर चुके हैं जां निभा रहे हैं, जिन्हां दा सिख कौम दे विच विशेष मुकाम है, विशेष स्थान है, उन्होंने भी सन्मान किया जाएगा। अज ने इस महान ढाडी दरबार के विच मैं इस उपराले की शलाघा करता सतगुरु सच्चे पातशाह जी का बहुत बहुत धन्यवाद करता है कि मेरे बड़े वीर सतनाम सिंह के उन्होंने होर साथियों ने इंग्लैंड के रागी जत्थियां ने ढाडी जत्थियां ने बहुत ही सुंदर उपराला किया है, क्योंकि पंजाब की कोई ये गली बाती नहीं, क्योंकि मैं उन्होंने बहुत बारी स्वर्गवासी ढाडी किशन सिंह जी महंतपुरी सत्कारयोग ज्ञानी दया सिंह जी गलवर इंटरनेशनल गोल्ड मेडलिस्ट जिन्हें अज भी सिख कौम की सेवा कर रहे हैं, उन्होंने होनहार के लायक पुत्र ज्ञानी कुलजीत सिंह जी गलवर मेरे बड़े वीर जी और भी संगतां दे विच विराजमान ने। संगतां ने मुखातब होकर अपने विचार संगतां के चरणों में रखणगे। उन्होंने बहुत सारिया कैसटां दे विच ढाडी किशन सिंह जी ने अपने गले का कमाल दिखा लिया और जिथे उन्होंने
'ਚ ਵਿਆਹ ਕਰਦਾ ਸੀ ਕਿਸੇ ਬੰਦੇ ਦੀ ਇੰਨੀ ਹਿੰਮਤ ਨਹੀਂ ਸੀ ਹੁੰਦੀ ਕਿ ਦੀਵਾਨ ਦੇ ਵਿੱਚ ਉੱਠ ਕੇ ਚਲੇ ਜਾਵੇ ਜਾਂ ਦੀਵਾਨ ਦੇ ਵਿੱਚ ਕੋਈ ਰੌਲਾ ਪਾਵੇ ਜਾਂ ਦੀਵਾਨ ਦੇ ਵਿੱਚ ਕੋਈ ਸ਼ੋਰ ਸ਼ਰਾਬਾ ਹੋਵੇ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਗਲੇ ਦੇ ਵਿੱਚ ਤਾਕਤ ਹੀ ਇੰਨੀ ਬਖਸ਼ਿਸ਼ ਕੀਤੀ ਸੀ। ਆਓ ਇੱਧਰ ਉੱਧਰ ਦੀਆਂ ਗੱਲਾਂ ਨਾ ਮੈਂ ਕਰਾਂ। ਸਤਿਗੁਰ ਜੀ ਕਹਿੰਦੇ ਨੇ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਜਿੰਨਾ ਵੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਸਟੇਜ ਸੰਚਾਲਨ ਸਤਿਕਾਰਯੋਗ ਵੀਰ ਹਰਵਿੰਦਰ ਸਿੰਘ ਜੀ ਵੀਰ ਹੀਪੁਰ ਵਾਲੇ ਉਹ ਕਰ ਰਹੇ ਨੇ। ਹੁਕਮ ਹੋਇਆ ਪ੍ਰਬੰਧਕਾਂ ਵੱਲੋਂ ਕਿ ਜਿੰਨਾ ਵੀ ਸਮਾਂ ਉਚਿਤ ਹੋਵੇਗਾ ਸੰਗਤਾਂ ਦੀ ਸੇਵਾ ਕਰਕੇ ਅਸੀਂ ਆਪ ਜੀ ਦੀਆਂ ਨਿਰੰਤਰ ਖੁਸ਼ੀਆਂ ਲੈਣ ਦਾ ਯਤਨ ਕਰਾਂਗੇ। ਆਓ ਗੁਰਬਾਣੀ ਸਾਡੀ ਜ਼ਿੰਦਗੀ ਦੇ ਵਾਸਤੇ ਇੱਕ ਚਾਨਣ ਮਨਾਰਾ ਹੈ ਜਿੱਥੇ ਗੁਰਬਾਣੀ ਗੁਰੂ ਇਤਿਹਾਸ ਸਿੱਖ ਇਤਿਹਾਸ ਕੌਮੀ ਇਤਿਹਾਸ ਕੌਮ ਦੀ ਜਿੰਦ ਜਾਨ ਹੋਇਆ ਕਰਦੇ ਨੇ। ਕਿਸੇ ਨੇ ਸਵਾਲ ਕੀਤਾ ਇਤਿਹਾਸ ਕੀ ਹੈ? ਵਾਟ ਇਜ਼ ਦ ਹਿਸਟਰੀ? ਸਿੱਖ ਕੌਮ ਦਾ ਮਹਾਨ ਵਿਦਵਾਨ ਗਿਆਨੀ ਵਿਧਾਤਾ ਸਿੰਘ ਤੀਰ ਆਪਣੀ ਕਲਮ ਦੇ ਨਾਲ ਲਿਖਦਾ ਹੈ। ਉਹ ਕਹਿੰਦਾ ਔਖੀ ਬੜੀ ਤੇ ਔਖੀਆਂ ਘਾਟੀਆਂ ਨਾ ਹੋ ਕੇ ਚਾਨਣਾ ਪੰਧ ਵਿਖਾਉਣ ਵਾਲਾ ਪਹਿਲੇ ਸੈਂਕੜੇ ਸਾਲ ਦੀ ਘੜੀ ਅੰਦਰ ਐ ਅੱਖੀਆਂ ਅੱਗੇ ਲਿਆਉਣ ਵਾਲਾ ਉਹ ਹੋਈਆਂ ਬੀਤੀਆਂ ਗੱਲਾਂ ਪੁਰਾਣੀਆਂ ਦੀ ਨਵੀਂ ਦਲਕਵੀਂ ਝਲਕ ਝਲਕਾਉਣ ਵਾਲਾ ਆ ਔਖੀ ਬੜੀ ਤੇ ਕੌਮਾਂ ਸੁੱਤੀਆਂ ਨੂੰ ਝੂਣ ਕੇ ਸਿਰੋਂ ਜਗਾਉਣ ਵਾਲਾ ਕੌਮ ਬਾਦ ਜਿਹਦੇ ਮੇਰੀ ਲੋਸ ਹੁੰਦੀ ਉਹ ਜਿਹਦੇ ਛਿਪਣ ਦੇ ਮਨ ਉਦਾਸ ਹੁੰਦਾ ਉਹ ਉਸ ਨੂੰ ਕੌਮ ਦੀ ਜ਼ਿੰਦਗੀ ਆਖਦੇ ਨੇ। ਸੱਚ ਪੁੱਛੋ ਦਿਓ ਇਤਿਹਾਸ ਹੁੰਦਾ ਹੈ। ਇਤਿਹਾਸ ਕੌਮ ਦੀ ਜਨ ਜਾਨ ਹੋਇਆ ਕਰਦਾ ਹੈ। ਸਿੱਖ ਕੌਮ ਦਾ ਇਤਿਹਾਸ ਵਿਰਸਾ ਸ਼ਹਾਦਤਾਂ ਦੀ ਇੱਕ ਬੜੀ ਲੰਮੀ ਦਾਸਤਾਨ ਹੈ। ਸਿੰਘਾਂ ਦੀਆਂ ਕੁਰਬਾਨੀਆਂ ਨੇ ਜਨਮ ਦੇ ਸਾਹਮਣੇ ਲਾ ਕੇ ਰੱਖਤੇ ਸਦੀਆਂ ਤੋਂ ਦੱਬੇ ਲੋਕਾਂ ਨੂੰ ਅਣਖ ਸਵੈਮਾਨ ਵਾਲਾ ਜੀਵਨ ਜਿਉਣ ਦੀ ਜਾਚ ਸਿਖਾਈ। ਸਿੱਖ ਅਣਖੀਲੇ ਯੋਧੇ ਸੂਰਬੀਰ ਬਹਾਦਰਾਂ ਦੀ ਕੌਮ ਹੈ ਜੋ ਅਣਖ ਤੇ ਕੁਰਬਾਨੀ ਦਾ ਸਦਕਾ ਦੁਨੀਆ ਭਰ ਵਿੱਚ ਸਤਿਕਾਰੀ ਜਾਂਦੀ ਹੈ ਕਿਉਂਕਿ ਸਿੱਖ ਬਲ ਕਢਵਾ ਸਕਦਾ ਹੈ, ਆਰਿਆਂ ਦੇ ਨਾਲ ਤਨ ਕਰਵਾ ਸਕਦਾ ਹੈ, ਬਿਨਾਂ ਸਿਰ ਤੋਂ ਲੱਗ ਕੇ ਦਿਖਾ ਸਕਦਾ ਹੈ। ਪਤਾ ਕਿਉਂ? ਕਿਉਂਕਿ ਖੰਡੇ ਦੀ ਧਾਰੋ ਇਹਨੂੰ ਜਨਮ ਦੇ ਕੇ ਬਈ ਬਾਪਾ ਪਹਿਲਾਂ ਕਿਹਦਾ ਲਾ ਦਿੱਤਾ ਡੇਰਾ ਅਮਰ ਚਕਾ ਕੇ ਅਮਰ ਕਰ ਦਿੱਤਾ ਇਸ ਨੂੰ ਉਹ ਹਨੇਰੇ ਚੋਂ ਕੱਢਿਆ ਮਖਾਇਆ ਸਵੇਰਾ ਫੜਾਇਆ ਹਮੇਸ਼ਾ ਦੀ ਬਾਣੀ ਦਾ ਪੱਲਾ ਤੇ ਬੱਜਰ ਕਰੈਤਾਂ ਤੋਂ ਬਚਣਾ ਸਿਖਾਇਆ। ਆਹ ਸਿਰ ਨੂੰ ਤਲੀ ਦੇ ਧਰ ਕੇ ਬਚਣ ਲਈ ਤੇਗਾਂ ਦੀਆਂ ਧਾਰਾਂ ਤੇ ਨੱਚਣਾ ਸਿਖਾਇਆ। ਬਈ ਜੇ ਕਿਤੇ ਛਾਤੀ ਵਿਖਾੜੀ ਵੀ ਪੈ ਜਾਏ ਤੇ ਇਹਨੂੰ ਬੰਦ ਆਪਣਾ ਕਟਾਉਣਾ ਵੀ ਆਉਂਦਾ। ਬਈ ਜੇ ਲੋੜ ਪੈ ਜਾਏ ਕਿਤੇ ਬੀਤਾ ਦੀ ਤੇ ਬਿਨਾਂ ਸਿਰ ਤੋਂ ਲੜ ਕੇ ਵਿਖਾਉਣਾ ਵੀ ਆਉਂਦਾ। ਉਹ ਕਰ ਦਿੰਦਾ ਖੁੱਲੀਆਂ ਲੰਬੀ ਦੀਆਂ ਧਾਰਾਂ ਧੜਕਣਾ ਨਹੀਂ ਇੱਥੋਂ ਪਤਾ ਹੁੰਦਾ ਉਹ ਜੇ ਲੈ ਖੋ ਕੇ ਗੈਰਾਂ ਦੇ ਡੋਲੇ ਇਹ ਰੋਟੀ ਦੀ ਬੁਰਕੀ ਦੀ ਮੂੰਹ ਵਿੱਚ ਨਹੀਂ ਪਾਉਂਦਾ। ਉਹ ਚੜਿਆ ਦੇ ਹਿੰਦ ਤੇ ਕੋਈ ਨਸਰ ਦਾ ਚਾਚਾ ਇਹ ਜਾਣ ਦੀਆਂ ਲੱਤਾਂ ਨੂੰ ਰੋਕਣ ਲਈ ਬਣਿਆ। ਉਹ ਮਾਰੀ ਅੱਗੇ ਜੋ ਕੋਈ ਸਿੱਖ ਪੰਥ ਵੱਲ ਵੇਖੇ ਅੱਖ ਸੁਣ ਉਹਦੀਆਂ ਦਾੜਾਂ ਤੇ ਠੋਕਣ ਲਈ ਬਣਿਆ। ਸਿੱਖ ਪੰਥ ਜਿਉਂਦਾ ਰਿਹਾ ਹੈ ਜਿਉਂਦਾ ਰਹੇਗਾ ਇਹ ਕਲਪਦਾ ਰਿਹਾ ਹੈ ਇਹ ਕਲਪਦਾ ਰਹੇਗਾ। ਇਹ ਕਲੀਆਂ ਤੋਂ ਕੌਮ ਤੇ ਪੱਥਰਾਂ ਤੋਂ ਕਰਨਾ ਭੜਕਦਾ ਰਹੇਗਾ। ਦੁੱਖਾਂ ਵਿੱਚ ਸੁੱਖਾਂ ਵਿੱਚ ਰੋੜਾਂ ਵਿੱਚ ਲੱਕੜਾਂ ਵਿੱਚ ਮੰਜਰਾਂ ਵਿੱਚ ਖੜ੍ਹਿਆਂ ਵਿੱਚ ਮੀਹਾਂ ਵਿੱਚ ਸਰਹੱਦੀਆਂ ਮੀਹਾਂ ਵਿੱਚ ਇਹ ਸਮਾਨ ਰਹਿਣ ਵਾਲੇ ਕੌਮ ਦੇ ਜਨਮਦਾਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਅਮਰ ਦੀ ਦਾਤ ਦੇ ਕੇ ਸਵਾ ਲੱਖ ਦੇ ਨਾਲ ਲੜਨ ਦੇ ਯੋਗ ਕਰ ਦਿੱਤਾ ਹੈ। ਸਿੱਖ ਕੌਮ ਤੇ ਬੜੀ ਵਾਰ ਭੀੜਾ ਪਈ। ਆਹ ਗੱਲ ਕਰੋ ਉਸ ਵੇਲੇ ਦੀ ਜਿਸ ਵੇਲੇ ਨਾਦਰ ਸ਼ਾਹ ਹਿੰਦੁਸਤਾਨ ਨੂੰ ਲੁੱਟ ਕੇ ਗਿਆ। ਸਿੱਖਾਂ ਨੇ ਇਹਨੂੰ ਲੁੱਟ ਲਿਆ। ਇਹਨੇ ਸਿੱਖਾਂ ਨੇ ਰਾਤ ਪ੍ਰਸ਼ਨ ਪੁੱਛੇ ਇਹ ਕੌਣ ਨੇ, ਖਾਂਦੇ ਕੀ ਨੇ, ਪੀਂਦੇ ਕੀ ਨੇ, ਰਹਿੰਦੇ ਕਿੱਥੇ ਨੇ, ਇਹਨਾਂ ਦਾ ਸੁਭਾਅ ਕਿਹੋ ਜਿਹਾ ਹੈ। ਤੇ ਜਦੋਂ ਸਿੱਖਾਂ ਦੇ ਸੁਭਾਅ ਬਾਰੇ ਖਾਣ ਪੀਣ ਬਾਰੇ ਰਹਿਣ ਸਹਿਣ ਬਾਰੇ ਬਾਖੂਬੀ ਵੀ ਦੱਸਿਆ ਗਿਆ ਕਿ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਨੇ, ਜੰਗਲਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਨੇ ਔਰ ਇਸ ਸੁਭਾਅ ਦੇ ਵਿੱਚ ਬੜੇ ਅੜੀਏ ਨੇ। ਆਪਣੇ ਆਪ ਨੂੰ ਕਹਿੰਦੇ ਨੇ ਵਾਹਿਗੁਰੂ ਦਾ ਖਾਲਸਾ ਤੇ ਬਾਕੀ ਲੋਕਾਂ ਨੂੰ ਆਪਣੇ ਸਭ 84 ਦਾ ਮਾਲ ਹੈ। ਨਾਦਰ ਸ਼ਾਹ ਕਹਿਣ ਲੱਗਾ ਠੀਕ ਜੇ ਇਹੋ ਜਿਹੀ ਕੌਮ ਹੈ ਉਹ ਦਿਨ ਦੂਰ ਨਹੀਂ ਜਦੋਂ ਇਹ ਕੌਮ ਪੰਜਾਬ ਦੇ ਉੱਪਰ ਰਾਜ ਕਰੇਗੀ। ਇਹ ਕਹਿ ਕੇ ਉਹ ਆਪਣੀ ਵਲਾਇਤ ਨੂੰ ਚਲਿਆ ਗਿਆ, ਆਪਣੇ ਦੇਸ਼ ਨੂੰ ਚਲਿਆ ਗਿਆ, ਆਪਣੇ ਘਰ ਨੂੰ ਚਲਿਆ ਗਿਆ। ਲੇਕਿਨ ਜ਼ਕਰੀਆ ਖਾਨ ਨੇ ਹੁਕਮ ਜਾਰੀ ਕੀਤੇ ਪੱਤਾ ਸਿੱਖ ਕੌਮ ਦਾ ਵੈਰੀ ਹੋ ਗਿਆ ਔਰ ਉਸ ਵੇਲੇ ਮਰਸਾ ਨੰਗਲ ਉਹਨੂੰ ਸਿੱਖਾਂ ਦੀ ਬਰਬਾਦੀ ਦਾ ਜ਼ਿੰਮਾ ਦਿੱਤਾ ਗਿਆ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਮਰਸਾ ਨੰਗਲ ਮਰਿਆਦਿਆ ਹੋਤੇ ਪਰਗਨੇਦਾਰ ਅਮਰ ਸਤਿਕਾਰ ਕੋ ਪਿੰਡ ਹੈ ਨਿਸਬਤ ਨਤਾਰ। ਉਹਨੇ ਲੈ ਲਈਆਂ ਗਾਰਦਾਂ ਲੈ ਲਈਆਂ ਪੁਲਸੀਆਂ ਨਾਲ ਗਾਰਦਾਂ ਲੈ ਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਅੰਦਰ ਸਣੇ ਜਿੱਤੀ ਦਾਖਲ ਹੋਇਆ ਔਰ ਇਸ ਪਾਪੀ ਨੇ ਇਸ ਸਮੁੰਦਰ ਅਸਥਾਨ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਚਕਵਾ ਕੇ ਮੁਜਰਾ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਉਸ ਪਾਪੀ ਨੇ ਜਿਵੇਂ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਹੈ
ਸ਼ਾਇਰ ਨੇ ਲਿਖਿਆ ਉਹਨਾਂ ਬੋਲਾਂ ਨੂੰ ਢਾਡੀ ਦਿੱਤਾ ਸੰਗਤ ਦੇ ਚਰਨਾਂ ਵਿੱਚ ਇਉਂ ਕਹਿ ਰਿਹਾ
जा सकता है। जो जान के मचला हो जावे ओनू चुस्त चुकन्ना कौन करे। मामूली हर नूं रोकण लई बट बन्ना कीता जा सकता है। जिधर नूं सागर उल्ट पवे उधर बट बन्ना कौन करे। उदम नाल बीजे जिन कुछ वढना है वे मूंह मूरे पै होए मुर्दे दे भला खीर दा छन्ना कौन करे। और जिस देश मारी किस्मत नूं टुक महंगा साथी मौत होवे उस देश कोमल जीने की दस फेर तमन्ना कौन करे। एक बार कह के आप जी तो खिमा लेनी है क्योंकि अज नगर शहादपुर बधाई का पात्र है। पता क्यों? क्योंकि इस धरती की झोड़ी में शुभी कल्याण होती है जिसे श्री गुरु ग्रंथ साहिब महाराज जी का बस है। इस धरती की झोड़ी में शुभी कल्याण होती है। इतो मौत को भी जिंदगी प्रदान होती है। कमर तू सिर झुका प्रणाम कर पाक धरती नूं इसे सिर झुकाया आत्मा बलवान होती है। ਅਸੀਂ ਮੱਥਾ ਕਿਉਂ ਟੇਕਦੇ ਆ कि साडी आत्मिक शांति सानू मनोबल साडा उच्चा होवे। सतगुर सच्चे पातशाह सानू जिथे दातां दिंदे ने उत्थे सानू दृढ़ता भी दिंदे ने। ये मत्था इस वास्ते टेकिया जांदा है। आओ एक बार कह के बार मैं उस तो पहला बार दे कुछ समानार्थक शब्द कह जावां। बार एक तां बार वारी नूं कहंदे ने तरन नूं वे हुण मेरी वारी है। एक बार पाकिस्तान दे विच वार दा इलाका रह गया जिहड़े वार तो आके पंजाब में बसे ने ना उन्होंने लोग आम तौर पर पंजाब में वारिए कहते ने। वार एक वार दरवाजे नूं कहा जाता है भाई वार बंद कर दे। एक वार WAR वार वेट एंड वर्क जंग नूं वार कहा जाता है। एक वार का मतलब है हल्ला आप है नहीं ते जा गाहक है नहीं। सिख कौम के महान जुझारू सिंह ने जिसे वार आई है जो कि सिख कौम से भीड़ा बनी है ना तो फिर सिंह ने वार किया। मेरी सिख कौम के महान हीरे स्वर्गवासी प्रोफेसर दर्शन सिंह जी कोमल और अपनी कलम के नाम लिखते हैं कि नेरिया के झखड़ा की इसनूं परवाह नहीं। हस के हर चौक में जाता रहा से जलेगा जालम का दुश्मन से मित्र ए मजलूम का मैं कुर्बानी है देश नहीं करता रहा से करेगा दुखी अबलामा दी अखियां जो तक विंदे हंजू ए तक तक भोगे भरदा रहा से भरेगा। हस के गाना शहीदी का ए बंधन जानता और दूला ए लाड़ी मौत नूं वरदा रहा से भरेगा। ए गोलियां ते ऐतमां दी इस नूं परवाह नहीं। ए शक्तियां नूं खूब सहना जानना ते सहेगा। ते पत्थर ते है ए लीक कोमल इस विच कोई शक नहीं। लक्का देने झल के भी बस विदा रहेगा। सचमुच इस फर्क को जिंदा रखने की खातर सिख कौम ने बड़िया घाल कमाइयां कीतियां ने। आओ जिस वेले हरमंदिर साहिब की पावन धरती से मसे रंग ने अपनी काली कपूत की ते पिंड कन्ना दे रहने वाले भाई बलाका सिंह को पता लगा ਉਹਦਾ ਹੱਥ ਤਲਵਾਰ ਦੀ ਮੁੱਠੇ ਚ ਲੈ ਗਿਆ। ਲਾ ਕੇ ਸਿਆਣੇ ਬੰਦੇ ਨੇ ਉਹਨੂੰ ਰੋਕਿਆ ਕਹਿਣ ਲੱਗਾ ਕੀ ਕਰਨ ਲੱਗਾ ਓਏ ਦੁਸ਼ਮਣ ਜਾਣੇ ਤੂੰ ਥੋੜਾ ਤੂੰ ਕੱਲਾ ਹੈ ਜਾ ਜਾ ਕੇ ਕਿਸੇ ਜੰਗੀ ਖਾਲਸੇ ਨੂੰ ਲੱਭ ਮਰਦ ਹੋਣਗੇ ਆਪੇ ਹੀ ਬਦਲਾ ਲੈ ਲੈਣਗੇ। ਕਹਿੰਦਾ ਸਿੰਘ ਮਿਲ ਗਏ ਕਿੱਥੇ ਕਹਿਣ ਲੱਗਾ ਸਿੰਘ ਮਿਲ ਗਏ ਚੀਕਾਂ ਦੇ ਅੱਗੇ ਢੱਲਾਂ ਵਿੱਚ। ਜਦੋਂ ਕਦੇ ਸਾਕਾ ਮਸਾ ਰੰਗਰ ਕੈਸਟ ਦਇਆ ਸਿੰਘ ਦਲਵਰ ਜੀ ਦੀ ਲੱਗੀ ਹੋਵੇ ਨਾ ਤੇ ਜਿਹੜੇ ਕਦੇ ਕਿਸੇ ਨਾਲ लड़ाई झगड़ा नहीं किया ना ਉਹਦਾ भी मन वीर रसना भर जाता। उन्होंने बड़ी लंबी कविता लिखी है कहना धरती बीकानेर की मौत देन की मां। उन्होंने कैसर भी बड़ा बयान किया है कि उस वेले बीकानेर की धरती से जंगल दिया बाण उजाड़ सी अज से लहर निकल गई है बड़ी उपजाऊ धरती हो गई है। उस धरती बड़ी बलाका सिंह जी पहुंच गए। ਉੱਥੇ ਜਾ ਕੇ ਸ਼ਾਮ ਸਿੰਘ ਤੇ ਬੁੱਢਾ ਸਿੰਘ ਦੇ ਜਥੇਦਾਰ ਦੋ ਜਥੇਦਾਰਾਂ ਨੂੰ ਪੰਜਾਬ ਦਾ ਹਾਲ ਦੱਸਿਆ ਤੇ ਕਹਿੰਦੇ ਨੇ ਛਾਲਾ ਮਾਰ ਕੇ ਨਿਤਰੇ ਕੋਈ ਬਿਰਲਾ ਜਦੋਂ ਵਿੱਚ ਮੈਦਾਨ ਦੇ ਜੰਗ ਹੋਵੇ ਤਾਣੀ ਨਾਲ ਕੋਈ ਫੱਟ ਨੂੰ ਕਰੇ ਪੂਰਾ ਭਾਵੇਂ ਹੱਥ ਨਾਲ ਕੱਚ ਦੀ ਵਰਗ ਹੋਵੇ। ਦੇਵਦਾਸ ਦੀ ਪਰਖਣਾ ਉਦੋਂ ਹੁੰਦੀ ਜਦੋਂ ਰੱਜ ਕੇ ਭੁੱਖ ਤੇ ਨੰਗ ਹੋਵੇ। ਸੱਚਮੁੱਚ ਹੁਣ ਇਹੋ ਜਿਹੇ ਸਮੇਂ ਦੇ ਵਿੱਚ ਦੋ ਸੂਰਮੇ ਰੱਖੇ ਨੇ। ਇੱਕ ਦਾ ਨਾਂ ਇਤਿਹਾਸ ਨੇ ਦੱਸਿਆ ਸੁੱਖਾ ਸਿੰਘ और दूजे का नाम दसा महताब सिंह। दोनों वेले सिंह ने अरदास की सुख बाबा तह
भजनों तिस आगे कर अरदास मेहर करे तिस मेहरबान तर कारज आवे रास। अरदास अरदास की है? अरदास फारसी भाषा का लफ्ज है। ये दो शब्दों के सुमेल नाल बने अर्ज अते दाश्त। अर्ज का मतलब है बेनती, दाश्त का मतलब है पेश करना या रखना। अपने मन की गल जो सतगुर के चरणों में रखी जाती है तो उसको अरदास कहा जाता है। तीने ताप निवार नहारा दुख हंता सुख रास ताप को फिक्र न को लागे जाकी प्रभ आगे अरदास। अरदास की सच्चे दिलों की अरदास कदे रखी नहीं जाती। ऐसी छेती भेज बाहर आया चौकीदार आन के कह लगा चलो जी चलो छेती छेती चलो अंदर बड़ा रौनक मेला मौज मेला लगा। दो दो पैग तुसी भी पियो नाच गाना होए। जदों जान लगे गान होए वीर कह लगे नंबरदार जी सारा मामला अंदर ना तार आयो कदे सानू भी जन्नत ना कुछ होगे कुछ दो छलड़ दे जाओ जी महाराज खुशियां बख्शे। कह लगे लै वे चौकीदार तेरे नाल साडा पक्का वादा है, तेरे नाल साडा पक्का इकरार है। मैं तू भाई इतने खड़ा नहीं पहला तेरे चौधरी का हिसाब करे जान लगे तेना भी हिसाब करके जावांगे। अंदर घेरो श्री गुरु रामदास और उसके बजने वाले साज वही मौत का इशारा करे सन। सुखा सिंह ने अपने मोढे पे चढ़ के और ठीकरियां वाली थैली करो थले सिੱਟੀ ते उन्हें देखा एक शराबी ते उतो लालची बजने वाले साज वही मौत का इशारा करने के डुबे डुबे तबला पकार कर सदा मत कौम का फ्रगी की तार बतलाए है। और बार को मते में हाथ को प्रसार कहे और डूबे सो जो यहाँ नृत्य कराए हैं। उस वेले चलो सिटिया थले ठीकरियां वाली थैली नूं ते मते मूसले पाई नहीं सुखा सिंह मुताफिर कीता इशारा कहना देखना की है मोटे भागी लड़ा पारे किले ताल लड़ा बदला। और बबर शेर गुरु काजी के पास सुन ने अपनी म्यान दे उत्ते कदा दो का रखना पापी का सदा बला भाई ऐसे
कि साडे संत सिपाही इतिहास अंदर और अल उदों भी सी, अल अजे भी है, साडी हस के जुर्म नूं सहण वाली, ये खल उदों भी सी ते खल अजे भी है, सानू सिक्की दे वैरी नूं सोधणे दा ਉਹ ਬਲ ਪਹਿਲਾਂ ਵੀ ਸੀ ਤੇ ਬਲ ਅਜੇ ਵੀ ਹੈ। ਆਓ ਖਾਲਸਾ ਜੀ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ। ਫਿਰ ਕਦੇ ਸਮਾਂ ਮਿਲਿਆ ਆਪ ਜੀ ਦੀਆਂ ਖੁਸ਼ੀਆਂ ਲੈਣ ਦਾ ਯਤਨ ਕਰਾਂਗੇ। ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਵੀਰ ਸਤਨਾਮ ਸਿੰਘ ਜੀ, ਕਿੰਨ ਕਰੋੜ ਵਾਲੇ ਗ੍ਰੰਥੀ ਗੁਰੂ ਮਹਾਰਾਜ ਦੇ ਵਜ਼ੀਰ ਸਾਹਿਬ, ਉਹਨਾਂ ਦਾ ਧੰਨਵਾਦ। ਗਿਆਨੀ ਪੂਰਨ ਸਿੰਘ ਜੀ ਔਰ ਗਿਆਨੀ प्रभाकर साहब परमजीत सिंह जी और मेरा बड़ा वीर शिंगारा सिंह साजन और साथी भाई राजीवन सिंह भीला संगी मास्टर पिंड भीला जिला संगरूर, वीर दविंदर सिंह सोनू पिंड नदड़ा नेड़े तलबन, होइया भुला चुका दी खिमा जिले से कौम दियां महानाज हस्तियां, मेरे सत्कारयोग बुजुर्ग ज्ञानी बिकर सिंह जी परदेसी और सत्कारयोग स्वर्गवासी किशन सिंह जी मैनपुरी, उन्होंने बेटे बलवीर सिंह जी जानला जो कि अंकल जानला रहते हैं, उन्होंने आप बहुत चढ़ती कला वाला ढाडी जिता है। सत्कारयोग ज्ञानी अवतार सिंह जी मस्त और उन्होंने सारा ही ढाडी जिता है। अगला प्रोग्राम हरविंदर सिंह जी वीर रहीमपुर वाले जिन्होंने तुसीं टेलीविजन दे विच प्रोग्राम ढाडी विरसा राहीं देखते रहे हो, और अगला प्रोग्राम संगतां दे सामने रखणगे। फतेह साझी करो, डट के आखो वाहिगुरू जी का खालसा वाहिगुरू जी की फतेह।